हो चला है और मैं बहुत ज़्यादा वक्त अब नहीं लूँगी। और ये ज़रूर कहना चाहूँगी कि ये जो सेगमेंट है ये फेसबुक लाइव भी किया जा रहा है। अपराजिता इसे लाइव कर रही हैं हम सब के लिए। अपराजिता, थैंक यू फॉर दैट। और अब जैसा कि मैंने कहा था, मेरे साथ स्टूडियो में इस वक्त शामिल हैं जो मैं ਐਵੇਂ ਕਹਿ ਦਿੰਦੀ ਹਾਂ ਕਿ ਜੋ ਲਾਲਾ ਜੀ ਵੀ ਬਣੇ, ਮਾਸਟਰ ਜੀ ਵੀ ਤੇ ਜੱਟ ਐਂਡ ਜੂਲੀਅਟ ਦੇ ਸ਼ੈਂਪੀ ਵੀ ਬਣੇ ਤੇ ਜਿਨ੍ਹਾਂ ਦੀ ਕਾਮੇਡੀ ਦੇ ਵਿੱਚ ਟਾਈਮਿੰਗਸ ਨੂੰ ਕੋਈ ਮਾਤ ਨਹੀਂ ਦੇ ਸਕਦਾ। ਦਿਲ ਆਪਣਾ ਪੰਜਾਬੀ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਪਹਿਲੀ ਫਿਲਮ ਸੀ ਉਹਨਾਂ ਦੀ ਮੁੰਡੇ ਯੂਕੇ ਦੇ। ਉਹਨਾਂ ਨੇ ਪਹਿਲੀ ਫਿਲਮ ਸੀ ਜਿਹੜੀ ਲਿਖੀ ਸੀ ਉਹਨਾਂ ਨੇ, ਤੇ 1992 ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਪਲੇ ਜਿਹੜਾ ਹੈ ਉਹ ਡਾਇਰੈਕਟ ਵੀ ਕੀਤਾ ਸੀਗਾ। ਬਟ ਹੁਣ ਅਸੀਂ ਬਹੁਤ ਜਲਦ ਉਹਨਾਂ ਦੀ ਆਪਣੀ ਡਾਇਰੈਕਟ ਕੀਤੀ ਹੋਈ ਫਿਲਮ ਦੇਖਣ ਵਾਲੇ ਹਾਂ। ਤੇ ਹੁਣ ਤੁਸੀਂ ਅੰਦਾਜ਼ਾ ਵੀ ਲਗਾ ਲਿਆ ਹੋਵੇਗਾ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਨੇ ਰਾਣਾ ਰਣਬੀਰ ਜੀ ਤੇ ਨਾਲ ਹੀ ਪ੍ਰੋਡਿਊਸਰ ਇਸ ਫਿਲਮ ਦੇ ਲਵਪ੍ਰੀਤ ਜੀ। ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਇੰਨੇ ਸੋਹਣੇ ਸ਼ਬਦਾਂ ਲਈ। ਔਰ ਜਿੰਨੇ ਵੀ ਤੁਹਾਨੂੰ ਇਸ ਵਕਤ ਸਾਨੂੰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦੁਆ ਸਲਾਮ, ਨਮਸਕਾਰ। ਥੈਂਕ ਯੂ ਜੀ, ਥੈਂਕ ਯੂ ਮੀਨੂ ਜੀ ਤੇ ਫॉर ਹੈਵਿੰਗ ਅਸ ਹੀਅਰ। ਤਾਂ ਇੰਨੀ ਵਧੀਆ ਤਾਰੀਫ ਤੇ ਹੋਸਟਿੰਗ ਲਈ ਜੀ ਥੈਂਕ ਯੂ। ਥੈਂਕ ਯੂ ਸੋ ਮਚ। ਮੈਂ ਤੁਹਾਡੀ ਗੱਲ ਨਾ ਪਹਿਲਾਂ ਤਾਂ ਮੈਂ ਤੁਹਾਡੇ ਪਿੱਛੇ, ਆਪਾਂ ਜਦੋਂ ਇੰਟਰਵਿਊ ਕੋਈ ਸ਼ੁਰੂਆਤ ਹੁੰਦੀ ਆਪਾਂ ਕਹਿੰਦੇ ਆਪਾਂ ਪਿੱਛੇ ਚੱਲਦੇ ਹਾਂ, ਪਰ ਮੈਂ ਹੁਣ ਤੋਂ ਸ਼ੁਰੂ ਕਰਦੀ ਹਾਂ ਫਿਰ ਆਪਾਂ ਪਿੱਛੇ ਚੱਲਾਂਗੇ। ਠੀਕ ਹੈ ਜੀ, ਠੀਕ ਹੈ। ਲੈਟਸ ਸਟਾਰਟ ਵਿਦ ਦਿਸ ਮੂਵੀ। ਆਪਣੀ ਜਿਹੜੀ ਆ ਰਹੀ ਹੈ ਅਸੀਸ, ਤੇ ਤੁਹਾਡੀ ਜਿਹੜੀ ਟੀ-ਸ਼ਰਟਸ ਹੁੰਦੀਆਂ ਮੈਂ ਦੇਖੀਆਂ ਜਿੰਨੇ ਤੁਸੀਂ ਇੰਟਰਵਿਊ ਦਿੱਤੇ, ਅਸੀਸ ਆਈ ਲਵ ਮਾਈ ਮਦਰ, ਇੱਥੇ ਨਹੀਂ ਹੈ। ਤੁਹਾਡੇ ਅੰਦਰ ਜਦੋਂ ਇਹ ਕਨਸੈਪਟ ਆਇਆ, ਤੁਸੀਂ ਡੈਬਿਊ ਕਰਨ ਵਾਲੇ ਹੋ ਡਾਇਰੈਕਟਰ ਦੇ ਤੌਰ ਤੇ, ਇੰਨੀਆਂ ਫਿਲਮਾਂ 50 ਤੋਂ ਜ਼ਿਆਦਾ ਤੁਸੀਂ ਫਿਲਮਾਂ ਕਰ ਚੁੱਕੇ ਹੋ, ਇਹੀ ਸਬਜੈਕਟ ਆਪਾਂ ਕਿਉਂ ਚੁਣਿਆ? ਦਰਅਸਲ ਜਿਹੜੇ ਸਬਜੈਕਟ ਨਾਲ ਮੈਂ ਜੁੜਿਆ ਹੋਇਆ ਜਾਂ ਜਿੰਨੇ ਮੈਂ ਨਾਟਕ ਡਾਇਰੈਕਟ ਕੀਤੇ ਹੈ ਜਾਂ ਜਿਹੜੇ ਨਾਟਕਾਂ 'ਚ ਮੈਂ ਆਪ ਖੁਦ ਪਲੇ ਕੀਤਾ ਹੈ ਨਾ, ਕੰਮ ਕੀਤਾ ਅੱਗੇ ਹੋ ਕੇ, ਜਿਨ੍ਹਾਂ ਵਿੱਚ ਮੇਰਾ ਆਪ ਇੰਟਰਸਟ ਰਿਹਾ ਜਾਂ ਪ੍ਰੋਡਿਊਸ ਕੀਤੇ ਆਪ, ਤਾਂ ਜਾਂ ਕੋਈ ਮੈਂ ਕਵਿਤਾ ਲਿਖੀ ਹੈ, ਕਿਤਾਬ ਲਿਖੀ ਹੈ, ਨੋਵਲ ਲਿਖਿਆ ਹੈ, ਜਾਂ ਮੈਨੂੰ ਕੋਈ ਰੂਹ ਦੀ ਫਿਲਮ ਲਿਖਣ ਨੂੰ ਮਿਲੀ ਹੈ, ਜਾਂ ਮੈਂ ਕੋਈ ਸ਼ਾਰਟ ਮੂਵੀ ਕੀਤੀ ਹੈ, ਤਾਂ ਉਹ ਇਹੋ ਜਿਹੇ ਸਬਜੈਕਟ ਨੇ ਹੈ ਨਾ। ਸੋਸ਼ਲ ਰਿਹਾ ਉਹਨਾਂ ਥੀਮ ਹੈ, ਜਿਹੜਾ ਸਮਾਜ ਨਾਲ ਜੁੜਿਆ ਹੋਇਆ ਰਿਹਾ ਹੈ, ਸਾਦਗੀ ਨਾਲ ਜੁੜਿਆ ਰਿਹਾ ਹੈ, ਉਹ ਗੱਲ ਜਿਹੜੀ ਆਮ ਲੋਕ ਹੰਡਾਉਂਦੇ ਨੇ। ਸੋ ਮੈਂ ਜਦੋਂ ਡਾਇਰੈਕਟ ਕਰਨੀ ਸੀ ਫਿਲਮ ਤਾਂ ਇਹ ਸੋਚਿਆ ਹੋਇਆ ਸੀ ਕਿ ਮੈਂ ਉਹੀ ਜੀ ਗੱਲ ਕਰੂੰਗਾ ਜਿਹਦੇ ਉੱਤੇ ਮੇਰੀ ਮਾਸਟਰੀ ਹੈ, ਜਿਹਦੇ ਉੱਤੇ ਮੇਰੀ ਕਮਾਂਡ ਹੈ। ਸੋ ਮੈਨੂੰ ਲੱਗਦਾ ਮੇਰੀ ਕਮਾਂਡ ਸੋਸ਼ਲ ਡਰਾਮਾ ਦੇ ਉੱਤੇ ਹੈ। ਮੈਂ ਆਸੇ ਪਾਸੇ ਨੂੰ, ਸਮਾਜ ਨੂੰ, ਆਪਣੇ ਜੋ ਵਾਪਰ ਰਿਹਾ ਹੈ, ਜੋ ਹੋ ਰਿਹਾ ਹੈ, ਜੋ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਉਹਨੂੰ ਵੱਧ ਤਰੀਕੇ ਨਾਲ ਮੈਨੂੰ ਲੱਗਦਾ ਮੈਂ ਠੀਕ ਤਰੀਕੇ ਨਾਲ ਸਮਝ ਲਾਣਾ ਔਰ ਉਹਨੂੰ ਕਹਿ ਲੈਣਾ ਆਪਣੀ ਕਵਿਤਾ 'ਚ ਵੀ, ਗੀਤ 'ਚ ਵੀ। ਸੋ ਜੇ ਮੈਂ ਕੋਈ ਹੋਰ ਪੰਗਾ ਲੈਂਦਾ ਤਾਂ ਫਿਲਮ ਵਧੀਆ ਨਹੀਂ ਬਣਨੀ ਸੀ। ਸੋ ਜੇ ਮੈਂ ਕਹਿੰਦਾ ਵੀ ਫੁੱਲ ਫਲੈਜ ਕਾਮੇਡੀ ਕਰਨੀ ਹੈ ਜਾਂ ਫੁੱਲ ਫਲੈਜ ਐਕਸ਼ਨ ਕਰਨਾ ਹੈ, ਮੈਨੂੰ ਉਸ ਚੀਜ਼ ਦੀ ਸਮਝ ਨਹੀਂ ਹੈ, ਮੇਰੀ ਪਕੜ ਨਹੀਂ ਹੈ ਉਸ ਚੀਜ਼ ਤੇ ਨਾ ਹੀ ਮੈਂ ਬਿਲੀਵ ਕਰਦਾ ਉਹ 'ਚ। ਜਾਂ ਤੁਸੀਂ ਬਿਲੀਵ ਹੀ ਨਹੀਂ ਕਰਦੇ ਫਿਰ ਗੱਲ ਕਿਵੇਂ ਕਹੋਗੇ? ਸੋ ਉਹੀ ਗੱਲ ਕਹਿ ਸਕਦੇ ਜਿਹਦੇ ਵਿੱਚ ਤੁਹਾਡਾ ਯਕੀਨ ਹੈ, ਜਿਹਦੇ ਵਿੱਚ ਵਿਸ਼ਵਾਸ ਹੈ। ਯਕੀਨ ਮੇਰਾ ਇਸ ਚੀਜ਼ ਦੇ ਵਿੱਚ ਹੈ। ਹਾਂ, ਮਾਂ ਵਾਲਾ ਸਬਜੈਕਟ ਮਿਲਣਾ ਇਹ ਇੱਕ ਇਹ ਹੈ ਕਿ ਮੰਮੀ ਮੇਰੇ ਕਹਾਣੀ ਸੁਣਾ ਰਹੇ ਸੀ ਬੱਚਿਆਂ ਨੂੰ। ਸੋ ਕਹਾਣੀ ਛੋਟੇ ਸਾਹਿਬਜ਼ਾਦਿਆਂ ਦੀ ਅਸੀਂ ਆਮ ਸੁਣਦੇ ਹਾਂ, ਜੋ ਵਾਪਰਿਆ ਹਿਸਟਰੀ ਵਿੱਚ। ਕਈ ਵਾਰੀ ਮੈਂ ਵੀ ਸੁਣੀ ਸੀ, ਬੱਚਿਆਂ ਨੇ ਵੀ ਸੁਣੀ ਸੀ। ਮੰਮੀ ਕਹਿੰਦੇ ਤੁਸੀਂ ਸੁਣੀ ਤਾਂ ਹੋਈ ਆ, ਕਹਿੰਦੇ ਨਹੀਂ ਦਾਦੀ ਇੱਕ ਵਾਰ ਹੋਰ ਸੁਣਨੀ ਆ। ਸੋ ਮਾਂ ਤੇ ਪੋਤੇ ਦੀ ਕਹਾਣੀ ਹੈ, ਕੁਰਬਾਨੀ ਦੀ ਕਹਾਣੀ ਹੈ ਤੇ ਯਕੀਨ ਦੀ ਕਹਾਣੀ ਆ। ਛੋਟੇ ਸਾਹਿਬਜ਼ਾਦੇ ਦੀ ਕਹਾਣੀ ਅਸੀਂ ਕਈ ਵਾਰੀ ਸੁਣੀ ਹੋਣ ਕਰਕੇ ਵੀ ਰਿਪੀਟ ਪਸੰਦ ਕਰਦੇ ਹਾਂ। ਸੋ ਇਹਦਾ ਮੈਨੂੰ ਲੱਗਿਆ ਜਿਹੜੀ ਸਮਾਜ ਦੀਆਂ ਕੁਛ ਗੱਲਾਂ ਨੇ ਉਹ ਅਸੀਂ ਰਿਪੀਟ ਜਿੰਨੇ ਮਾਰੀ ਮਰਜ਼ੀ ਕਰੀਏ, ਸਾਨੂੰ ਮਾਂ ਦੇ ਗਾਣਾ ਬਾਰ-ਬਾਰ ਵੱਜਦਾ, ਪਿਓ ਦੀ ਗੱਲ ਅੱਛੀ, ਭੈਣ ਤੇ ਭੈਣ ਕੋਲੋਂ 20 ਰੁਪਏ ਬਣਾ ਲਾ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾਲਾ ਰੱਖੜੀ, ਇਹ ਗਾਣਾ ਜਿੰਨੇ ਵਾਰ ਮਰਜ਼ੀ ਸੁਣ ਲਓ। ਛੇਤੀ ਕਰ ਸਰਬਣ ਪੁੱਤਰਾ ਪਾਣੀ ਪਿਆ ਦੇ, ਹੁਣ ਤੱਕ ਸੁਣਦੇ ਆ। ਸੋ ਇਹਦਾ ਮਤਲਬ ਗੱਲ ਸੱਚਾਂ ਨਾਲ ਜੁੜੀਆਂ ਹੋਈਆਂ ਨੇ। ਸੋ ਮਾਂ ਦੀ ਕਹਾਣੀ ਹੱਥ ਲੱਗੀ, ਮਾਂ ਦਾ ਤਾਂ ਇਹੋ ਜਿਹਾ ਰਿਸ਼ਤਾ ਹੈ, ਅੱਜ ਗੱਲ ਕਰ ਲਓ, ਕੱਲ ਕਰ ਲਓ, ਇਹ ਕੋਈ ਮਾਰਕੀਟ ਨਹੀਂ ਹੈ, ਇਹ ਤਾਂ ਦਿਲ ਦੇ ਅੰਦਰ ਵੱਸਦੀ ਗੱਲ ਹੈ। ਸੋ ਮਾਂ ਦੁੱਖਾਂ 'ਚ ਵੀ ਸੁੱਖਾਂ 'ਚ ਵੀ ਤੁਹਾਡੇ ਨਾਲ ਰਹਿੰਦੀ ਹੈ। ਮਾਂ ਦੀ ਅਸੀਸ ਤੁਸੀਂ ਮਾਂ ਨੂੰ ਜਿੰਨਾ ਮਰਜ਼ੀ ਦਰਕਾਰ ਲਓ, ਮਾਂ ਦੀ ਅਸੀਸ ਕਦੇ ਨਹੀਂ ਟੁੱਟਦੀ। ਸੋ ਮੈਨੂੰ ਲੱਗਦਾ ਸੀ ਕਿ ਲੋਕਾਂ ਤੱਕ ਗੱਲ ਜਾਊਗੀ। ਸੋ ਅਸੀਂ ਕਹਿਣ 'ਚ ਸਫਲ ਹੋਏ। ਬਹੁਤ ਵਧੀਆ ਸਬਜੈਕਟ। ਟ੍ਰੇਲਰ ਇਹਦਾ ਆ ਗਿਆ, ਬਹੁਤ ਵਧੀਆ ਟ੍ਰੇਲਰ, ਕੰਗ੍ਰੈਚੁਲੇਸ਼ਨਸ ਫॉर दैट। ਬਹੁਤ ਵਧੀਆ ਟ੍ਰੇਲਰ ਹੈ ਇਹਦਾ। ਪੋਸਟਰ ਵੀ ਇਹਦਾ ਬਹੁਤ ਅਟਰੈਕਟਿਵ ਹੈ, ਮਤਲਬ ਉਹਨੂੰ ਦੇਖ ਕੇ ਲੱਗਦਾ ਹੈ ਕਿ ਇਟਸ ਅ ਸੋਸ਼ਲ ਮੈਸੇਜ ਦੈਟਸ ਗੋਇੰਗ ਟੂ ਬੀ देयर। ਤੁਹਾਡੇ ਵਾਸਤੇ ਮੈਂ ਤੁਹਾਨੂੰ ਪ੍ਰੋਡਿਊਸਰ ਹੋ ਤੁਸੀਂ, ਲਵਪ੍ਰੀਤ ਜੀ, ਤੁਸੀਂ ਇੱਕ ਡਾਇਰੈਕਟਰ ਦੀ ਜਿਹੜੀ ਵਿਜ਼ਨ ਹੁੰਦੀ ਹੈ, ਆਫ ਕੋਰਸ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਵੀ ਹੈਗੀਆਂ। ਅਰਦਾਸ ਵੀ ਤੁਸੀਂ ਲਿਖੀ ਸੀ, ਜਿਹੜੀ ਮੈਨੂੰ ਪਤਾ ਤੁਸੀਂ ਡਾਇਰੈਕਟ ਕਰਨਾ ਚਾਹੁੰਦੇ ਸੀ, ਬਟ ਉਹ ਗਿੱਪੀ ਗਰੇਵਾਲ ਜੀ ਨੇ ਕੀਤੀ। ਬਟ ਇੱਕ ਡਾਇਰੈਕਟਰ ਦੀ ਜਿਹੜੀ ਵਿਜ਼ਨ ਹੈ, ਤੁਹਾਨੂੰ ਕਦੋਂ ਲੱਗਿਆ ਕਿ ਹਾਂ ਮੈਂ ਆਈ ਕੈਨ ਪ੍ਰੋਡਿਊਸ ਦੈਟ, ਮੈਂ ਇਹ ਮੂਵੀ ਪ੍ਰੋਡਿਊਸ ਕਰਾਂ? ਮੈਂ ਨਾ ਐਕਚੁਅਲੀ ਮੇਰੇ ਜਿਹੜੇ ਰਿਲੇਸ਼ਨਸ ਨੇ ਰਾਣਾ ਭਾਜੀ ਨਾਲ, ਇਹ 14 ਤੋਂ ਨੇ, 14 ਤੋਂ ਨੇ। ਗੋਰਿਆਂ ਦਫਾ ਕਰੋ ਦੀ ਪ੍ਰੋਡਕਸ਼ਨ ਵੇਲੇ ਮੇਰੀ ਇਹਨਾਂ ਨਾਲ ਦੋਸਤੀ ਹੋਈ। ਫਿਰ ਅਸੀਂ ਪਲੇ ਕੀਤਾ ਖੇਤਾਂ ਨੂੰ ਪੁੱਤ। ਉਦੋਂ ਮੈਨੂੰ ਇਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ, ਇਹਨਾਂ ਦੀਆਂ ਕਿਤਾਬਾਂ ਲਿਖੀਆਂ ਪੜ੍ਹਨ ਦਾ ਮੌਕਾ ਮਿਲਿਆ, ਤੇ ਉਹ ਨਾਟਕ ਜਿਹੜਾ ਸੀਗਾ ਉੱਥੋਂ ਪਤਾ ਲੱਗਿਆ ਕਿ ਉਹ ਨਾਟਕ ਸਿੰਗਲ ਵਨ ਮੈਨ ਸ਼ੋਅ ਸੀਗਾ ਤੇ ਇਹਨਾਂ ਨੇ ਡਾਇਰੈਕਟ ਕੀਤਾ ਸੀ।
ਤਾਂ ਉੱਥੋਂ ਫਿਰ ਇਹਨਾਂ ਦੀ ਸੋਚ ਦਾ ਐਕਚੁਅਲੀ ਉਦੋਂ ਤੱਕ ਮੈਂ ਵੀ ਇਹਨਾਂ ਨੂੰ ਕਮੇਡੀਅਨ ਹੀ ਸਮਝਦਾ ਸੀ, ਜਦੋਂ ਤੱਕ ਇਹਨਾਂ ਦੀਆਂ ਕਿਤਾਬਾਂ ਨਹੀਂ ਪੜ੍ਹੀਆਂ, ਜਦੋਂ ਤੱਕ ਉਹ ਨਾਟਕ ਨਹੀਂ ਵੇਖਿਆ ਤੇ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਜਾਂ ਹੋਰ ਹਨਾ। ਫਿਰ ਉਸ ਤੋਂ ਬਾਅਦ ਇਹਨਾਂ ਦੀ ਅਰਦਾਸ ਆਈ। ਅਰਦਾਸ ਵੀ ਅਸੀਂ ਇੱਥੇ ਰਿਲੀਜ਼ ਕੀਤੀ ਸੀ, ਉਦੋਂ ਵੀ ਇਹਨਾਂ ਨਾਲ ਬਹੁਤ ਟਾਈਮ ਇਹਨਾਂ ਨਾਲ ਸਪੈਂਡ ਕਰਨ ਦਾ ਮੌਕਾ ਮਿਲਿਆ ਹਨਾ। ਫਿਰ ਉਹ ਜਦੋਂ ਇਦਾਂ, ਕਿਉਂਕਿ ਮੇਰਾ ਆਪਣਾ ਜਨਰ ਵੀ ਇਦਾਂ ਦਾ ਹੀ ਆ, ਮੈਂ ਵੀ ਜੋ ਵੀ ਕੰਮ ਕਰਦਾ ਉਹ ਕੋਸ਼ਿਸ਼ ਹੁੰਦੀ ਆ ਵੀ ਸੋਸ਼ਲ ਹੀ ਹੋਵੇ ਹਨਾ ਜੀ। ਤਾਂ ਜ਼ਿਆਦਾ ਕਮਰਸ਼ੀਅਲ ਟਾਈਪ ਦਾ ਕੰਮ ਨਹੀਂ ਕਰਦਾ। 뮤직 ਕੰਪਨੀ ਹੈ, ਚਾਹੇ ਸੌਂਗਸ ਕਰਦਾ, ਚਾਹੇ ਅਸੀਂ ਸ਼ੋਜ਼ ਕਰਦੇ ਹਾਂ, ਚਾਹੇ ਕੁਝ ਵੀ ਕਰਦੇ ਹਾਂ, ਉਹ ਇਸ ਕਿਸਮ ਜਿਹੇ ਹੀ ਕਰਦੇ ਹਾਂ। ਤੇ ਫਿਰ ਰਾਣਾ ਭਾਜੀ ਤੋਂ ਵਧੀਆ ਪਰਸਨ ਨਹੀਂ ਸੀ ਹੋ ਸਕਦਾ ਮੇਰੇ ਲਈ ਡਾਇਰੈਕਟਰ ਜਾਂ ਰਾਈਟਰ। ਫਿਰ ਜਦੋਂ ਇਹਨਾਂ ਨੇ ਮੈਨੂੰ ਇਹ ਸਟੋਰੀ ਸੁਣਾਈ, ਹਾਲਾਂਕਿ ਹੁਣ ਇਹ ਹਰੇਕ ਇੰਟਰਵਿਊ 'ਚ ਕਹਿੰਦੇ ਆ ਵੀ ਐਨੇ ਬੰਦਿਆਂ ਨੇ ਇਹ ਚੀਜ਼ ਰਿਜੈਕਟ ਕੀਤੀ, ਐਨੇ ਬੰਦਿਆਂ ਨੇ। ਅੱਛਾ, ਮੈਨੂੰ ਜਦੋਂ ਇਹਨਾਂ ਨੇ ਇੱਕ ਵਨ ਲਾਈਨ ਨਹੀਂ ਸੁਣਾਈ, ਮੈਨੂੰ ਨਾਲ ਦੀ ਨਾਲ ਹੀ ਇਹ ਕਲਿੱਕ ਕਰ ਗਈ ਕਿ ਮਾਂ ਪੁੱਤ ਦੀ ਕਹਾਣੀ। ਬੰਦੇ ਨੂੰ ਇੰਨੇ ਨੂੰ ਸੁਣਾਉਂਦਾ ਸੀ, ਅਗਲਾ ਕਹਿੰਦਾ ਸੀ ਛੱਡੋ ਭਾਜੀ ਕੋਈ ਤੁਸੀਂ ਕਮੇਡੀ ਕਰੋ, ਇਹ ਥੋੜੀ ਤੀਜੀ ਚੌਥੀ ਫਿਲਮ ਹੋਣੀ ਚਾਹੀਦੀ ਹੈ ਹਨਾ। ਜਾਂ ਕਿਸੇ ਨੇ ਕਹਣਾ ਕੀ ਪੰਗਾ ਲੈਣ ਲੱਗੇ ਹੋ ਇਹਨੂੰ। ਮੈਂ ਕਿਹਾ ਚੱਲ ਇੱਧਰ ਵੀ ਸਿੱਟ ਕੇ ਦੇਖ ਲੈਣੇ। ਵੈਸੇ ਇਹ ਮੈਨੂੰ ਇਹ ਵੀ ਨਹੀਂ ਪਤਾ ਸੀ ਪ੍ਰੋਡਿਊਸਰ ਦੇ ਤੌਰ ਤੇ ਵੀ ਨਹੀਂ ਸੁਣਾਈ ਸੀ, ਵੈਸੇ ਹੀ ਸੁਣਾਤੀ। ਕਿਆ ਬਾਤ ਹੈ, ਇਹ ਵੈਸੇ ਹੀ ਸੁਣਾਤੀ। ਤੇ ਇਹ ਅਚਾਨਕ ਅੱਛਾ ਇਹ ਆਪਾਂ ਕਰਦੇ ਆ। ਮੈਂ ਕਿਹਾ ਆਪਾਂ ਕਰਦਾ ਕੀ ਮਤਲਬ ਆਪਾਂ ਕਰਦੇ ਆ, ਠੀਕ ਹੈ। ਮੈਂ ਕਿਹਾ ਤੂੰ ਪੰਗਾ ਕਿਉਂ ਲੈ ਰਿਹਾ, ਇਹ ਫਿਲਮ 'ਚ ਪੈਸਾ ਲੱਗਣਾ। ਹਾਂ ਆਪਾਂ ਜਿੰਨਾ ਕੁ ਲੱਗਣਾ ਦੱਸੋ ਆਪਾਂ ਕਰ ਲੈਂਦੇ ਆ। ਮੈਂ ਕਿਹਾ ਬੰਦਾ ਖਾਸਾ ਹੀ। ਮੈਂ ਕਿਹਾ ਠੀਕ ਆ ਕਰ ਲਾਂਗੇ। ਮੈਂ ਕਹਿਤਾ ਵੀ ਚੱਲ ਠੀਕ ਹੈ ਭੁੱਲ ਜੂ। ਇਹ ਜਿਉਂ ਕੈਨੇਡਾ ਗਿਆ, ਇੰਡੀਆ ਤੋਂ ਫੋਨ ਕਰਕੇ ਉਹ ਭਾਜੀ ਫਿਰ ਉਹ ਕੀ ਬਣਿਆ। ਮੈਂ ਯਾਰ ਇਹ ਮਗਰ ਪਾ ਲਿਆ ਬੰਦਾ ਹਨਾ ਵੀ ਚੱਲ ਮੈਂ ਕਿਹਾ ਆ ਕੇ ਗੱਲ ਕਰਾਂਗੇ। ਮੈਨੂੰ ਐ ਸੀ ਵੈਨਕੂਵਰ ਮੈਂ ਗੇੜਾ ਕੱਢਣ ਜਾਣਾ ਹੈ, ਚੱਲ ਫੈਮਿਲੀ ਨੂੰ ਮਿਲਣ ਜਾਊਂਗਾ, ਇਹਨੂੰ ਵੀ ਟਾਲ ਦੂੰਗਾ। ਜਦੋਂ ਮੈਂ ਗਿਆ ਇਹ ਜਾਣ ਸਰ ਕਹਿੰਦਾ ਅੱਛਾ ਇੱਕ ਤਾਂ ਆਪਾਂ ਫਿਲਮ ਕਰਨੀ, ਦੂਜਾ ਨਾਟਕ ਕਰਨਾ। ਮੈਂ ਕਿਹਾ ਇਹ ਹੋਰ ਮਗਰ ਪੈ ਗਏ। ਸੋ ਇਹਨੇ ਮਗਰ ਪੈ ਕੇ ਕਰਵਾ ਲਈ। ਹਾਂ ਜੀ ਹਾਂ। ਵੈਸੇ ਨਾ ਇਹ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਵੀ ਹੈ, ਮੈਨੂੰ ਲੱਗਦਾ ਪ੍ਰੋਡਿਊਸਰ ਦਾ। ਪੈਸ਼ਨ ਤੇ ਵਿਸ਼ਵਾਸ ਦੋਨੇ ਇਕੱਠੇ ਚੱਲਦੇ ਆ। ਇਹ ਯਕੀਨ ਹੋਣਾ ਆਪਣੇ ਆਪ ਤੇ ਤੇ ਰਾਈਟਰ ਦੇ ਵਿਜ਼ਨ ਤੇ, ਡਾਇਰੈਕਟਰ ਦੇ ਵਿਜ਼ਨ ਤੇ ਵਿਸ਼ਵਾਸ ਹੋਣਾ, ਯਕੀਨ ਹੋਣਾ ਬਹੁਤ ਜ਼ਰੂਰੀ ਹੈ ਜੀ। ਜੇ ਉਹ ਨਹੀਂ ਹੋਊਗਾ ਤਾਂ ਫਿਰ ਉਹ ਪ੍ਰੋਡਿਊਸਰ ਵੀ ਨਾ ਉਹ ਇੱਕ ਗੈਂਬਲਰ ਜਿਹਾ ਹੋ ਜਾਂਦਾ, ਕਿਉਂਕਿ ਇਹ ਇੱਕ ਗੈਂਬਲਿੰਗ ਜੀ ਹੈ ਹਨਾ। 9:1 ਦੀ ਰੇਸ਼ੋ ਹੈ ਸਕਸੈਸ ਦੀ। 10% ਫਿਲਮਾਂ ਚੱਲਦੀਆਂ ਜੀ, ਤਾਂ ਇਹ ਇੱਕ ਗੈਂਬਲਿੰਗ ਹੀ ਹੈ, ਬਹੁਤ ਵੱਡੀ ਗੈਂਬਲਿੰਗ ਹੈ। ਗੈਂਬਲਿੰਗ ਦੇ ਵਿੱਚ ਸ਼ਾਇਦ ਚਾਂਸ ਵੱਧ ਹੋਣ ਜਿੱਤਣ ਦੇ ਹਨਾ, ਇਹਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਆ। ਮਤਲਬ 50 ਚੋਂ 5, 40 ਚੋਂ 4 ਹਨਾ। ਤਾਂ ਉਹ ਚੀਜ਼ ਆ। ਪਰ ਜੇ ਤੁਸੀਂ ਇਦਾਂ ਦਾ ਸਬਜੈਕਟ ਲੈ ਕੇ ਚੱਲਦੇ ਹੋ, ਫਿਰ ਤੁਹਾਡੇ ਦਿਮਾਗ ਦੇ ਵਿੱਚ ਉਹ ਗੈਂਬਲਿੰਗ ਨਹੀਂ ਹੁੰਦੀ। ਤੁਹਾਡੇ ਦਿਮਾਗ ਦੇ ਵਿੱਚ ਇਹ ਨਹੀਂ ਹੁੰਦਾ ਮੈਂ ਇੱਥੋਂ ਪੈਸੇ ਕਮਾਉਣੇ ਆ। ਤੁਹਾਡੇ ਦਿਮਾਗ 'ਚ ਇਹ ਹੁੰਦਾ ਯਾਰ ਤੁਸੀਂ ਇੱਕ ਵਧੀਆ ਕੰਮ ਕਰਨ ਲੱਗੇ ਹੋ, ਤੁਸੀਂ ਕਿਸੇ ਸਿਨੇਮੇ ਨੂੰ ਕੁਝ ਦੇਣ ਲੱਗੇ ਹੋ, ਤੁਸੀਂ ਇੱਕ ਕੋਈ ਵਧੀਆ ਸਟੋਰੀ ਦੇਣ ਲੱਗੇ ਹੋ, ਜਾਂ ਇੱਕ ਸਿਨੇਮਾ ਵਧੀਆ ਦੇਣ ਲੱਗੇ ਹੋ ਹਨਾ, ਸਮਾਜ ਨੂੰ ਕੁਝ ਦੇਣ ਲੱਗੇ ਹੋ। ਫਿਰ ਤੁਹਾਡੇ ਦਿਮਾਗ 'ਚ ਉਹ ਚੀਜ਼ਾਂ ਹੁੰਦੀਆਂ ਤੇ ਉਸੇ ਚਾਹ ਦੇ ਵਿੱਚ ਹੀ ਫਿਲਮ ਬਣਾਤੀ ਅਸੀਂ। ਜੀ ਰਾਣਾ ਜੀ, ਮੈਂ ਨਾ ਇੱਕ ਐਸਾ ਕੁਐਸਚਨ ਤੁਹਾਡੇ ਤੋਂ ਪੁੱਛਣ ਵਾਲੀ ਆ, ਬਿਕਾਜ਼ ਮੈਂ ਤੁਹਾਡੀ ਲਾਈਫ ਦੇ ਬਾਰੇ ਜਿੰਨਾ, ਤੁਹਾਡੇ ਕਰੀਅਰ ਦੇ ਬਾਰੇ ਜਿੰਨਾ ਕੁ ਦੇਖਿਆ, ਤੁਸੀਂ ਜਿੰਨਾ ਕੰਮ ਕੀਤਾ ਸੋਸ਼ਲੀ ਰਿਲੇਵੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਨਾ, ਬਹੁਤ ਮਾਣ ਹੈ ਉਸ ਕੰਮ ਤੇ, ਤੁਹਾਨੂੰ ਵੀ ਸਾਨੂੰ ਵੀ। ਜੀ ਜੀ। ਇੱਕ ਮੈਂ ਤੁਹਾਡਾ ਇੰਟਰਵਿਊ ਦੇਖਿਆ ਸੀਗਾ, ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਜਿਹੜਾ ਮੈਨੂੰ ਲੱਗਿਆ ਕਿ ਸ਼ਾਇਦ ਸੁਣਨ ਵਾਲਿਆਂ ਵਾਸਤੇ ਵੀ ਬਹੁਤ ਇੰਸਪਾਇਰਿੰਗ ਹੈ। ਤੁਸੀਂ ਕਿਹਾ ਸੀ ਕਿ ਜਦੋਂ ਤੁਸੀਂ ਸਟੋਰੀਜ਼ ਲਿਖਦੇ ਹੁੰਦੇ ਸੀ ਤੁਹਾਨੂੰ ਲੱਗਦਾ ਸੀਗਾ ਕਿ ਮੈਂ ਇਹ ਕੈਰੈਕਟਰ ਮੈਂ ਆਪ ਕਰ ਸਕਦਾ। ਜੀ ਜੀ। ਪਰ ਕਿਉਂਕਿ ਕਾਸਟਿੰਗ ਕੋਈ ਹੋਰ ਕਰ ਰਿਹਾ ਜਾਂ ਕੁਝ, ਤੁਹਾਨੂੰ ਕਦ ਕਰਕੇ ਕਈ ਵਾਰੀ ਹੁੰਦਾ ਸੀਗਾ ਵੀ ਮੈਨੂੰ ਇਹ ਰੋਲ ਨਹੀਂ ਮਿਲਣਾ। ਸ਼ੁਰੂਆਤ ਤੋਂ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟਸ ਹੋਏ ਹੋਣਗੇ, ਕਿੰਨਾ ਮੈਂਟਲ ਪ੍ਰੈਸ਼ਰ ਹੋਇਆ ਹੋਊਗਾ, ਤੁਸੀਂ ਉਸ ਤੋਂ ਕਿਵੇਂ ਬਾਹਰ ਆਉਂਦੇ ਹੋ? ਮੈਨੂੰ ਜੇ ਕਿਤਾਬਾਂ ਨਾ ਹੁੰਦੀਆਂ ਮੇਰੀ ਜ਼ਿੰਦਗੀ 'ਚ, ਸ਼ਾਇਦ ਮੈਂ ਕਿਤੇ ਗਵਾਚ ਗਿਆ ਹੁੰਦਾ। ਧੂਰੀ ਸ਼ਹਿਰ ਹੈ ਮੇਰਾ ਕਿਉਂ ਆਪਣਾ ਧੂਰੀ ਸ਼ਹਿਰ ਹੈ। ਮੈਂ ਤਾਂ ਯਾਰ ਮੈਨੂੰ ਤਾਂ ਹੁਣ ਆ ਕੇ ਪਤਾ ਲੱਗਿਆ ਭਾਈ ਕੋਈ ਸ਼ਹਿਰ ਦੇ ਆ। ਸਾਡਾ ਸ਼ਹਿਰ ਵੀ ਧੂਰੀ ਹੋਈ ਹੈ, ਸ਼ਹਿਰ ਵੀ ਇਹਨਾਂ ਦਾ ਵੀ ਧੂਰੀ ਹੋਈ ਹੈ। ਇਹ ਟਿੱਬੇ ਦੇ ਨੇ ਆਪਣੇ ਨਾਲ ਲੱਗਦੇ ਜੀ। ਤੇ ਫਿਰ ਮੈਂ ਸ਼ਾਇਦ ਧੂਰੀ ਦੇ ਵਿੱਚ ਕੋਈ ਦੁਕਾਨ ਕਰਦਾ ਹੁੰਦਾ, ਜਾਂ ਮੈਂ ਮੈਂਟਲੀ ਡਿਸਟਰਬ ਹੋ ਗਿਆ ਹੁੰਦਾ। ਮੈਂ ਹੋ ਵੀ ਗਿਆ ਸੀ +2 ਤੱਕ ਬਹੁਤ ਜ਼ਿਆਦਾ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਕੇ, ਮੈਂ ਦਬਾ ਕੇ, ਮੈਨੂੰ ਕੱਦ ਤੇ ਮਜ਼ਾਕ ਬਹੁਤ ਹੁੰਦੇ ਸੀ। ਸੋ ਕਿਤਾਬ ਜ਼ਿੰਦਗੀ 'ਚ ਆਈ, ਉਹਨੇ ਤਾਂ ਮੈਨੂੰ ਥੋੜਾ ਜਿਉਣਾ ਸਿਖਾਇਆ, ਮੇਰੇ ਅੰਦਰ ਕੌਨਫੀਡੈਂਸ ਭਰਿਆ। ਹੁਣ ਤੱਕ ਵੀ, ਹੁਣ ਵੀ ਮੈਂ ਬੱਚਿਆਂ ਵਾਲਾ ਹੋ ਗਿਆ, ਮੇਰੀ ਬੇਟੀ ਯੂਨੀਵਰਸਿਟੀ ਜਾਂਦੀ ਹੈ, ਹੁਣ ਵੀ ਕਈ ਜਵਾਕ, ਕਈ ਸਿਆਣੇ ਕਿ ਮੇਰੇ ਤੋਂ 1.5 ਸਾਲ ਵੱਡੇ, ਕੋਈ 2 ਸਾਲ ਛੋਟੇ, ਉਹ ਵੀ ਹੁਣ ਵੀ ਮਜ਼ਾਕ ਕਰਦੇ ਨੇ। ਮੈਂ ਉਹਨਾਂ ਨੂੰ, ਫਿਰ ਮੈਨੂੰ ਉਹਨਾਂ ਤੇ ਤਰਸ ਆਉਂਦਾ ਹੁੰਦਾ। ਹੁਣ ਮੈਂ ਅੰਦਰੋਂ ਹੱਸਦਾ ਹੁੰਦਾ ਵੀ ਕਿੰਨੇ ਗਰੀਬ ਹੈ ਇਹ ਹਨਾ, ਕਿਉਂਕਿ ਮੈਂ ਅੱਗੇ ਤਾਂ ਖਿੱਚਦਾ ਸੀ ਕਿ ਮੇਰਾ ਪਤਾ ਨਹੀਂ ਕੀ ਕਸੂਰ ਹੈ, ਪਰ ਬਾਅਦ 'ਚ ਪਤਾ ਲੱਗਾ ਕਿ ਕੱਦ ਛੋਟਾ ਹੋਣਾ, ਗਰੀਬ ਹੋਣਾ, ਜੀ ਹੋਣਾ, ਇਹ ਜਦੋਂ ਜਿਹਦੀ ਚੀਜ਼ ਤੁਹਾਡਾ ਆਪਣਾ ਕਸੂਰ ਹੀ ਨਹੀਂ, ਕਿਉਂ ਖਿਜੋ? ਫਿਰ ਤਾਂ ਦੂਜੇ ਤੇ ਤਰਸ ਖਾਓ ਕਿ ਇਹਦੀ ਅਕਲ ਇੰਨੀ ਕੁ ਹੈ ਤੁਹਾਡੇ ਤੇ ਤਰਸ ਕਰ। ਸੋ ਇਹਦੇ ਕਰਕੇ ਮੈਨੂੰ ਹੋਇਆ ਬਹੁਤ ਵਾਪਰਿਆ। ਮੈਂ ਤੁਹਾਨੂੰ ਸ਼ਾਰਟ ਸੁਣਾਉਣਾ। ਇੱਕ ਵਾਰ ਦੇਸ਼ ਭਗਤ ਕਾਲਜ ਬਰਡਵਾਲ ਦੇ ਵਿੱਚ ਨਾਟਕ ਤਿਆਰ ਕਰ ਰਹੇ ਮਿੱਟੀ ਦਾ ਮੂੰਹ, ਉਹਦੀਆਂ 1 ਮਹੀਨਾ ਰਿਹਰਸਲਸ ਹੋਈਆਂ। ਮੇਨ ਲੀਡ ਰੋਲ ਮੈਂ ਕਰ ਰਿਹਾ
ਤੇ 35 ਮਿੰਟ ਦਾ ਨਾਟਕ ਜਿਹਦੇ ਵਿੱਚੋਂ 25 ਮਿੰਟ ਮੈਂ ਬੋਲਦਾ ਸੀ, ਉਹ ਮੈਂ ਯਾਦ ਕੀਤਾ ਸਾਰਾ, ਹੈ ਨਾ ਜੀ। ਤੇ ਉਹ ਸਾਰਾ ਕੁਝ ਯਾਦ ਕਰਦੇ ਕਰਦੇ ਮੈਂ ਬੋਲ ਰਿਹਾ, ਤੇ ਅਚਾਨਕ ਨਵਾਂ ਡਾਇਰੈਕਟਰ ਆਇਆ, ਬੁਲਾਇਆ, ਤਾਂ ਉਹਨੇ ਕਿਹਾ ਕਿ ਇਹ ਮੁੰਡਾ ਕੱਦ ਦਾ ਛੋਟਾ, ਇਹ ਰੋਲ ਨਹੀਂ ਕਰ ਸਕਦਾ। ਉਹ ਨਾਟਕ ਦੇ ਵਿੱਚ ਜਿਹਦੇ ਵਿੱਚ ਮੇਰਾ 25-30 ਮਿੰਟ ਦਾ ਰੋਲ ਸੀ, ਉਹਦੇ ਵਿੱਚੋਂ ਮੈਂ ਸਿਰਫ 2.5 ਮਿੰਟ ਦੀ ਐਂਟਰੀ ਕੀਤੀ, ਮਰਾਸੀ ਦਾ ਕੈਰੈਕਟਰ ਮਿਲਿਆ ਮੈਨੂੰ। ਮੈਂ ਕਿਹਾ ਚਲੋ ਠੀਕ ਹੈ, ਮੈਂ ਕੁਝ ਬੋਲਿਆ ਨਹੀਂ, ਤਾਂ ਉਸਦੇ ਡਾਇਰੈਕਟਰ ਦੇ ਵੀ ਬੋਲ ਸੀ ਵੀ ਇਹ ਮੁੰਡੇ ਜੇ ਕੁਝ ਬੋਲਿਆ ਨਹੀਂ ਤਾਂ ਇਹ ਕੁਝ ਕਰੂਗਾ। ਉਸ ਨਾਟਕ ਦੀ ਟੀਮ ਦੇ ਵਿੱਚੋਂ ਸਿਰਫ ਮੈਂ ਹੀ ਆ ਜਿਹੜਾ ਨਾਟਕ ਦੇ ਨਾਲ ਹੁਣ ਤੱਕ ਜੁੜਿਆ ਹੈ ਤੇ ਫਿਲਮਾਂ ਨਾਲ ਜੁੜਿਆ ਹੈ। ਉਸ ਤੋਂ ਬਾਅਦ ਆ ਕੇ ਯੂਨੀਵਰਸਿਟੀ ਦੇ ਵਿੱਚ ਮੈਨੂੰ ਕਈ ਕਰੈਕਟਰ ਮਿਲਣੇ ਕਈ ਨਾ, ਪਰ ਇੱਕ ਵਾਰ ਮੇਰੇ ਟੀਚਰ ਨੇ ਮੇਰੇ ਤੇ ਇੰਨਾ ਭਰੋਸਾ ਕੀਤਾ। ਇੱਕ ਮੁੰਡਾ ਬਹੁਤ ਵੱਡਾ ਹੀਰੋ ਦਾ ਰੋਲ ਕਰ ਰਿਹਾ ਸੀਗਾ, ਮੇਰੇ ਨਾਲ ਤਕੜਾ, ਮੇਰਾ ਸੀਨੀਅਰ, ਸੋਹਣਾ ਸੁਨੱਖਾ, ਉਹ ਲੇਟ ਹੋ ਗਿਆ ਰਿਹਰਸਲ ਦੇ ਵਿੱਚ, ਤੇ ਮੇਰੇ ਡਾਇਲੌਗ ਮੈਂ ਸਕ੍ਰਿਪਟ ਪੜ੍ਹਦਾ ਹੁੰਦਾ ਸੀ, ਸਾਰੇ ਯਾਦ ਸੀ। ਪੰਡਿਤ ਜੀ ਨੇ ਕਿਹਾ ਕਿਸੇ ਕੋ ਯਾਦ ਆ? ਮੈਂ ਕਿਹਾ ਮੇਰੇ ਯਾਦ ਨੇ। ਮੈਂ ਸਟੇਜ ਤੇ ਚੜਿਆ, ਅੱਜ ਸੇ ਆਪ ਹੀ ਹੀਰੋ ਹੋ। ਮੈਂ ਪਹਿਲਾ ਮੇਨ ਕਰੈਕਟਰ ਕੀਤਾ ਨਾਟਕ ਦੇ ਵਿੱਚ। ਫਿਲਮਾਂ ਦੇ ਵਿੱਚ ਕਈ ਫਿਲਮਾਂ 'ਚ ਜ਼ਿਆਦਾ ਹੋਇਆ ਮੇਰੇ ਨਾਲ, ਮੈਂ ਫਿਲਮਾਂ ਲਿਖਦਾ ਵੀ ਸੀ, ਤਾਂ ਫਿਲਮ ਦੇ ਵਿੱਚ ਡੀਲ ਡੋਲ ਦੇਖ ਕੇ ਰੋਲ ਦਿੱਤਾ ਜਾਂਦਾ ਹੈ। ਇਹ ਸਾਡੇ ਪੰਜਾਬੀ ਤੇ ਬਾਲੀਵੁੱਡ ਸਿਨੇਮਾ ਦਾ ਕੁਝ ਦੁਖਾਂਤ ਹੈਗਾ। ਪੰਜਾਬੀ ਸਿਨੇਮੇ ਦਾ ਜ਼ਿਆਦਾ ਦੁਖਾਂਤ ਹੈ, ਬਾਲੀਵੁੱਡ ਦਾ ਘੱਟ ਆ। ਉੱਥੇ ਤਾਂ ਰਾਜਪਾਲ ਵੀ ਹੀਰੋ ਆਇਆ ਹੈ ਨਾ, ਸੋ ਇੱਥੇ ਵੀ ਹੁਣ ਰਾਣਾ ਜੇ ਕਹਿ ਦੋ ਹੀਰੋ ਆ ਸਕਦਾ ਹੈ। ਸੋ ਮੈਂ ਮੇਨ ਕਿਰਦਾਰ ਕੀਤਾ, ਕਰੈਕਟਰ ਉਸ ਹਿਸਾਬ ਨਾਲ ਬਣ ਜਾਂਦਾ। ਪਰ ਮੈਨੂੰ ਲੱਗਦਾ ਇਹ ਮਾਪਦੰਡ ਗਲਤ ਨੇ। ਮੈਂ ਜ਼ਿੰਦਗੀ ਦੇ ਵਿੱਚ ਮੈਂ ਵੀ ਹੀਰੋ ਆ, ਮੈਂ ਵੀ ਕਿਸੇ ਦਾ ਹਸਬੈਂਡ ਆ, ਮੈਂ ਵੀ ਕਿਸੇ ਦਾ ਪ੍ਰੇਮੀ ਆ, ਮੈਂ ਵੀ ਕਿਸੇ ਦਾ ਪਿਓ ਆ, ਹਨਾ, ਮੈਂ ਵੀ ਕਿਸੇ ਦਾ ਬੇਟਾ। ਸੋ ਹਰੇਕ ਬੰਦਾ ਆਪਣੀ ਜ਼ਿੰਦਗੀ 'ਚ ਹੀਰੋ ਹੁੰਦਾ। ਕਿਸੇ ਨੂੰ ਕੱਦ ਕਰਕੇ, ਜਾਤ ਕਰਕੇ, ਨਸਲ ਕਰਕੇ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਬਲੀਵ ਇਨ ਯੋਰਸੈਲਫ, ਆਪਣੇ ਆਪ ਦੇ ਵਿੱਚ ਯਕੀਨ ਰੱਖੋ ਤੇ ਅੱਗੇ ਵੱਧਦੇ ਜਾਓ। ਜੇ ਕੁਦਰਤ ਵਿੱਚ ਯਕੀਨ ਰੱਖਦੇ ਹੋ, ਮੈਨੂੰ ਖੁਦ ਵਿੱਚ ਯਕੀਨ ਹੈ। ਮੈਨੂੰ ਕਿਤਾਬਾਂ ਨਾ ਮੇਰੀ ਜ਼ਿੰਦਗੀ 'ਚ ਹੁੰਦੀਆਂ ਤਾਂ ਮੈਂ ਭਾਬੀ ਜੀ ਤਾਂ ਮੈਂ ਇੱਥੇ ਮੀਨੂ ਜੀ ਮੈਂ ਫਿਰ ਇੱਥੇ ਨਹੀਂ ਹੋਣਾ ਸੀ। ਮੈਂ ਫਿਰ ਮੈਨੂੰ ਦੁਨੀਆ ਖਾ ਜਾਂਦੀ। ਦੁਨੀਆ ਖਾਣ ਨੂੰ ਫਿਰਦੀ ਹੁੰਦੀ ਹੈ। ਦੁਨੀਆ ਨੂੰ ਜਦੋਂ ਤੁਸੀਂ ਸਮਝਾਉਣ ਲੱਗ ਜਾਂਦੇ ਫਿਰ ਦੁਨੀਆ ਤੁਹਾਨੂੰ ਜੱਫੀਆਂ ਪਾਉਂਦੀ ਹੈ, ਪਿਆਰ ਕਰਦੀ ਹੈ। ਬਹੁਤ ਵਧੀਆ ਮੈਸੇਜ। ਮੈਂ ਇਹੀ ਚਾਹੁੰਦੀ ਸੀ ਆਪਾਂ ਇਸ ਬਾਰੇ ਜ਼ਰੂਰ ਗੱਲ ਕਰੀਏ, ਕਿਉਂਕਿ ਨਾ ਜਾਣੇ ਕਿੰਨੇ ਕੁ ਇੰਸਪਾਇਰਿੰਗ ਐਕਟਰ ਬਣਨਾ ਚਾਹੁੰਦੇ ਆ, ਬਟ ਦੇਖ ਕੇ ਕਿ ਨਹੀਂ ਮੈਂ ਨਹੀਂ ਕਰ ਸਕਦਾ, ਹੈ ਨਾ, ਉਹ ਇੱਕ ਪਿੱਛੇ ਨੂੰ ਖਿੱਚਦੀ ਹੈ ਚੀਜ਼। ਇੱਕ ਮੈਨੂੰ ਇਹ ਗੱਲ ਦੱਸੋ ਕਿ ਜਿਹੜੇ ਸਾਡੇ ਦੇਖਣ ਵਾਲੇ ਨੇ, ਹੁਣ ਫੇਸਬੁੱਕ ਲਾਈਵ ਵੀ ਹੋ ਰਿਹਾ, ਸ਼ੈਂਪੀ ਦੇਖ ਸਕਦੇ ਨੇ ਉਹ? ਤੁਸੀਂ ਇਹ ਗੱਲ ਕੀਤੀ, ਇੱਕ ਸ਼ੇਰ ਮੈਂ ਬੋਲਦਾ ਹੁੰਦਾ ਕਿ ਸ਼ਗੁਫਤਾ ਲੋਗ ਵੀ ਟੂਟੇ ਹੁਏ ਹੋਤੇ ਹੈ ਅੰਦਰ ਸੇ, शगुफ्ता लोग भी टूटे हुए होते हैं अंदर से, बहुत रोते हैं वो जिनको लतीफे याद रहते हैं। ਸੋ ਜਿਹਨੂੰ ਲਤੀਫੇ ਯਾਦ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਪਿੱਛੇ ਝਾਕਣਾ ਚਾਹੀਦਾ। ਸਭ ਤੋਂ ਟ੍ਰੈਜਿਕ ਮੈਨ ਤੇ ਸਭ ਤੋਂ ਸਮਝਦਾਰ ਬੰਦਾ ਜੇ ਦੁਨੀਆ ਦਾ ਹੈ ਤਾਂ ਚਾਰਲੀ ਚੈਪਲਿਨ ਮੰਨਦਾ ਮੈਂ ਉਹਨੂੰ, ਸਭ ਤੋਂ ਬਹੁਤ ਸਿਆਣਾ। ਔਰ ਸਟਰਗਲ ਉਹਦੀ ਲਾਈਫ ਦੀ ਦੇਖੀਏ ਤਾਂ ਉਹਦੀ ਜੀਵਨੀ ਪੜ੍ਹੀ ਤਾਂ ਪਤਾ ਲੱਗਦਾ ਚਾਰਲੀ ਕਿਸੇ ਵਾਕੇ ਵਰਜ਼ੇ ਸ਼ੈਂਪੇ ਰਾਜਾ ਦੇ ਬੇਟਾ ਤ੍ਰੈ ਚਾਂਟੇ ਰਾਜਾ ਬੇਟਾ ਨੂੰ ਇਤਨਾ ਪਿਆਰ ਮਿਲਿਆ, ਇਤਨਾ ਪਿਆਰ ਮਿਲਿਆ। ਮੈਂ ਇੱਕ ਵਾਰ ਇੱਥੇ ਸ਼ੈਂਪੀ ਬਣਿਆ ਸੀ, ਮੇਰਾ ਪਿੱਛੇ ਕਿਸੇ ਨੇ ਕੋਟ ਲਾ ਲੈਣਾ ਸੀਗਾ ਕੈਲਗਰੀ ਦੇ ਵਿੱਚ। ਸੋ ਸ਼ੈਂਪੀ ਵਾਲਾ ਕਰੈਕਟਰ ਸਾਰਿਆਂ ਨੇ ਪਸੰਦ ਕੀਤਾ, ਜਦੋਂ ਕਹਿੰਦੇ ਹੁੰਦੇ ਆ ਕਿ ਸ਼ੈਂਪੀ ਦਾ ਡੈਡੀ ਲੈ ਲਓ ਪਿਆਰਾ ਪਿਆਰਾ, 50,000 ਵਿੱਚ ਟੋਟਲ ਸਾਰਾ, ਤੁਸੀਂ ਵੀ ਖੁਸ਼, ਤੁਸਾਂ ਦੀ ਜਾਏ ਵੀ ਖੁਸ਼। ਸੋ ਆਪਣੇ ਧੂਰੀਵਾਲ ਤਾਂ ਬੋਲਦੇ ਵੀ ਕੀ ਹਾਲ ਹੈ, ਸ਼ੈਂਪੀ ਜੀ ਬੋਲਣਗੇ ਔਰ ਕੀ ਹਾਲ ਹੈ ਵੀਰ ਜੀ। ਵਾਹ, ਥੈਂਕ ਯੂ ਸੋ ਮਚ ਰਨ ਜੀ। ਮੈਂ ਹੁਣ ਇੱਕ ਹੋਰ ਤੁਹਾਨੂੰ ਸ਼ਾਇਦ ਇਹ ਗੱਲ, ਸ਼ਾਇਦ ਨਹੀਂ ਵੈਸੇ ਤੁਹਾਨੂੰ ਯਾਦ ਹੀ ਹੋਏਗੀ, ਤੁਸੀਂ ਕਹੀ ਹੈ कि कभी मत सोचना हेमा की बेटी के साथ हीरो आएगा, कॉमेडी करेगा। मैं हुण ये तो पीछे केड़ी कहानी फिर मैं तुसी ये डायलॉग बोलो दोबारा, मैं हंसदा फिर मैं दसदा। अच्छा ठीक है। कभी मत सोचना कि हेमा की बेटी के साथ हीरो आएगा, कॉमेडी करेगा। ਸਾਡੇ ਪੰਡਤ ਜੀ ਦਾ ਇਹ ਲਾਫਟਰ ਸੀ। ਅੱਛਾ, ਮੇਰੇ ਟੀਚਰ ਬਲਰਾਜ ਪੰਡਤ ਜੀ ਹੁਣ ਦੁਨੀਆ ਤੇ ਨਹੀਂ ਹੈਗੇ, ਉਹਨਾਂ ਦਾ ਲਾਫਟਰ ਬੜਾ ਕਮਾਲ ਸੀ। ਔਰ ਕੱਕਾ ਜੀ ਕਹੇ ਸੀਰੀਅਲ ਦੇਖਿਆ ਤੁਸੀਂ? ਹਾਂ, ਓਮਪੁਰੀ ਜੀ ਜੀ, ਓਮਪੁਰੀ ਦੇ ਵੀ ਟੀਚਰ ਰਹੇ ਨੇ ਉਹ। ਅੱਛਾ, ਤੇ ਓਮਪੁਰੀ ਜੀ ਨੇ ਸਾਡੇ ਪੰਡਤ ਜੀ ਦਾ ਉਹ ਲਾਫਟਰ ਚੱਕਿਆ ਸੀ। ਐਕਟਰ ਕਿਤੇ ਨਾ ਕਿਤੇ ਚੀਜ਼ ਚੱਕਦਾ, ਜਿਵੇਂ ਮੈਂ ਸ਼ੈਂਪੀ ਦਾ ਟੂਰ ਚੱਕੀ, ਕਿਤੇ ਕੁਝ ਚੱਕਿਆ, ਤਾਂ ਉਹਨਾਂ ਨੇ ਪੰਡਤ ਜੀ ਦਾ ਲਾਫਟਰ ਚੱਕਿਆ ਸੀ। ਉਹ ਕਲਾਸ ਦੇ ਵਿੱਚ ਜਿਹੜੇ ਨਾਟਕ ਦੀ ਮੈਂ ਗੱਲ ਕੀਤੀ, ਮੈਂ ਹੀਰੋ ਬਣਿਆ ਸੀ, ਉਸ ਨਾਟਕ ਦੇ ਵਿੱਚ ਮੇਰੇ ਚਪੇੜ ਵੀ ਪਈ। ਉਸ ਨਾਟਕ ਦੇ ਵਿੱਚ ਮੈਂ ਉਦੋਂ ਯੂਨੀਵਰਸਿਟੀ ਵਿੱਚ ਪੜ੍ਹਦਾ ਹੋਇਆ, ਅੱਜ ਕਿੰਨੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਨੇ। ਉਸ ਨਾਟਕ ਵਿੱਚ ਕਰਦਾ ਹੋਇਆ ਨਾ, ਮੈਂ ਯੂਨੀਵਰਸਿਟੀ ਵਿੱਚ ਫਸਟ ਈਅਰ ਦੇ ਵਿੱਚ ਮੈਂ ਸਟੇਜ ਸਕੱਤਰ ਦੇ ਤੌਰ ਤੇ ਜਾਣ ਲੱਗਾ ਸੀ ਸਿੰਗਰਾਂ ਨਾਲ, ਸਟੇਜ ਕੰਪੇਅਰ ਕਰਨ ਲਈ। ਤਾਂ ਜੱਸੀ ਜਸਪਾਲ ਮੈਨੂੰ ਨਾਲ ਲੈ ਕੇ, ਪਟਿਆਲੇ ਦੇ ਨਾਲ ਹੀ ਕੌਲੀ ਹੈਗਾ, ਕਹਿੰਦੇ ਇੱਥੇ ਮੰਗਣਾ ਵੀ ਤੈਨੂੰ ਉੱਥੇ ਇੱਕ ਵਾਰ ਸਟੇਜ ਤੇ ਚੜਾ ਕੇ ਵਾਪਸ ਆਈ, 150 ਰੁਪਇਆ ਬਣ ਜਾਊਗਾ। ਮੈਂ ਕਿਹਾ ਯਾਰ 150 ਰੁਪਇਆ ਕੀ ਮਾੜਾ। ਤੇ ਮੈਂ ਕਿਹਾ ਪਰ ਮੇਰੀ 2 ਵਜੇ ਰਿਹਰਸਲ ਹੈ। ਕਹਿੰਦਾ ਲੈ ਹੁਣ ਤਾਂ 12 ਵਜੇ ਨੇ, 1:30 ਵਜੇ ਨੂੰ ਤੂੰ ਇੱਥੇ ਯੂਨੀਵਰਸਿਟੀ, ਤੂੰ ਤਾਂ ਰੋਟੀ ਖਾ ਕੇ ਫ੍ਰੀ ਹੋ ਜਾਏਗਾ। ਮੈਂ ਕਿਹਾ ਠੀਕ ਹੈ। ਉਹਨਾਂ ਨੇ ਮੰਗਣਾ ਹੀ 2 ਵਜੇ ਸ਼ੁਰੂ ਕੀਤਾ ਤੇ ਮੈਨੂੰ ਤਾਂ ਯੂਨੀਵਰਸਿਟੀ ਆਉਂਦੇ ਨੂੰ 2:45 ਵੱਜ ਗਏ। ਮੈਂ ਮੇਨ ਰੋਲ ਦੇ ਵਿੱਚ, ਮੈਨੂੰ ਮੇਨ ਰੋਲ ਦੇ ਚੁੱਕੇ ਸੀ। ਜਦੋਂ ਮੈਂ ਕਿਹਾ ਮੇ ਕਮ ਇਨ ਸਰ, ਰਿਹਰਸਲ ਬੰਦ, ਪੂਰੀ ਚੁੱਪ। ਤਾਂ ਉਦੋਂ ਮੇਰੇ ਚਪੇੜ ਪਈ ਸੀ ਲੇਟ ਆਉਣ ਕਰਕੇ, ਤੇ ਸਰ ਨੇ ਉਦੋਂ ਕਿਹਾ ਸੀ ਐਕਟਿੰਗ ਕਰਦੇ ਹੋਏ, ਖੁਸ਼ ਵੀ ਹੋਏ, ਥੱਪੜ ਵੀ ਮਾਰਿਆ ਤੇ ਕਿਹਾ ਕਭੀ ਮਤ ਸੋਚਣਾ हेमा की बेटी के साथ हीरो आएगा जब भी करेगा कॉमेडी। ਵਾਹ, ਸੋ ਇਹ ਕਹਿ ਕੇ ਹੱਸੀ ਸੀ। ਮੈਨੂੰ ਉਦੋਂ ਬੁਰੀ ਲੱਗੀ ਸੀ ਗੱਲ ਕਿ ਮੈਂ ਹੀਰੋ ਕਿਉਂ ਨਹੀਂ ਆ ਸਕਦਾ,
ਪਰ ਉਸ ਟੀਚਰ ਦੀ ਗੱਲ ਮੈਨੂੰ 4 ਸਾਲ ਬਾਅਦ ਸਮਝ ਆਈ ਕਿ ਨੌਕ ਕੀਤੀ ਕਿ ਤੁਹਾਨੂੰ ਤੇਰੇ ਗੁਰੂ ਕਹਿ ਕੇ ਕੀ ਗਏ ਹੈ ਵੀ ਤੂੰ ਇਹਦੇ ਵਿੱਚ ਪਹਿਲਾਂ ਜਾਏਗਾ ਫਿਰ ਜਿਵੇਂ ਮਰਜ਼ੀ ਰਸਤੇ ਬਣਾਏ। ਸੋ ਮੈਂ ਕਮੇਡੀ ਲਈ ਜੈਸ ਕੀਤੀ, ਮੈਂ ਕਮੇਡੀ ਲਈ ਨੌ ਕਰ ਦਿੰਦਾ ਹੁੰਦਾ ਸੀ। ਜਦੋਂ ਕਮੇਡੀ ਲਈ ਜੈਸ ਕੀਤੀ ਉੱਥੋਂ ਲੋਕਾਂ ਨੂੰ ਲੱਗਾ ਵੀ ਹੈਗਾ ਹੀ ਕਮੇਡੀਅਨ ਹੈ। ਸੋ ਮੈਨੂੰ ਬਾਅਦ 'ਚ 10 ਸਾਲਾਂ ਬਾਅਦ ਕਹਿਣ ਲੱਗੇ ਲੋਕ ਤੂੰ ਐਕਟਰ ਵੀ ਹੈ। ਕਾਮੇਡੀ ਕਰਨਾ ਤਾਂ ਸਭ ਤੋਂ ਜ਼ਿਆਦਾ ਮੁਸ਼ਕਿਲ। ਜੀ ਬਿਲਕੁਲ, ਮੈਂ ਉਹ ਐਕਟਰਾਂ ਜਿਹਨੇ ਕਮੇਡੀ ਜ਼ਿਆਦਾ ਕੀਤੀ ਹੈ। ਜੀ ਜੀ, ਸਾਡੇ ਵਾਸਤੇ ਬਹੁਤ ਵਧੀਆ। ਸਾਨੂੰ ਕੋਈ ਵੀ ਫਿਲਮ ਹੋਏ ਸਾਨੂੰ ਦੇਖਣ 'ਚ ਮਜ਼ਾ ਆ ਜਾਂਦਾ। 1700 ਰੁਪਏ ਤੁਹਾਡੀ ਪਹਿਲੀ ਕਮਾਈ ਸੀ, 5000 ਮਿਲੇ ਤਾਂ ਵਿਆਹ ਕਰ ਲਿਆ। ਅੱਜ ਤੁਸੀਂ ਬੜੀ ਰਿਸਰਚ ਕੀਤੀ ਹੋਈ ਇਹਦਾ ਪੂਰਾ ਹੋਮਵਰਕ ਦੱਸੇਗੇ। ਹੁਣ ਤੁਹਾਨੂੰ ਤੁਸੀਂ ਇਹ ਦੱਸੋ ਕਿ ਹੁਣ ਤੁਹਾਡੀ ਵਾਈਫ, ਮੈਨੂੰ ਪਤਾ ਹੈ ਕਿ ਉਹਨਾਂ ਨੇ ਤੁਹਾਡਾ ਬਹੁਤ ਸਾਥ ਦਿੱਤਾ ਹੈ, ਉਹ ਵੀ ਇੱਕ ਮਦਰ ਨੇ, ਤੇ ਅੱਜ ਮੂਵੀ ਜਿਹੜੀ ਤੁਸੀਂ ਕਰ ਰਹੇ ਹੋ ਇਹ ਵੀ ਇੱਕ ਮੈਸੇਜ ਜਿਹੜਾ ਹੈ ਉਹ ਮਾਂ ਦੇ ਵਾਸਤੇ ਬਹੁਤ ਵੱਡਾ ਮੈਸੇਜ ਹੈ। ਜੀ ਜੀ, ਆਪਣੀ ਵਾਈਫ ਵਾਸਤੇ ਕੀ ਮੈਸੇਜ? ਜੇ ਮੈਂ ਵਾਈਫ ਨੂੰ ਨਾ ਸਮਝਿਆ ਹੁੰਦਾ ਨਾ, ਮੈਂ ਆਪਣੀ ਮਾਂ ਨੂੰ ਨਾ ਸਮਝਦਾ। ਮੈਨੂੰ ਮਾਂ ਦੇ ਅਰਥ ਸਮਝਾਉਣ ਦੇ ਵਿੱਚ ਮੇਰੀ ਵਾਈਫ ਦਾ ਬਹੁਤ ਵੱਡਾ ਰੋਲ ਹੈ। ਅਕਸਰ ਜਿਹੜੇ ਬੰਦੇ ਹੁੰਦੇ ਆ ਨਾ, ਅਸੀਂ ਮੁੰਡੇ ਹੁੰਦੇ ਆ, ਅਸੀਂ ਮਾਂ ਨੂੰ ਇਗਨੋਰ ਕਰ ਜਾਂਦੇ ਹਾਂ ਕਿਤੇ ਨਾ ਕਿਤੇ ਆ ਕੇ। ਅਸੀਂ ਇਹ ਜ਼ਰੂਰ ਕਹਿੰਦੇ ਰਹਿੰਦੇ ਹਾਂ ਕਿ ਮਾਂ ਦੀ ਰਿਸਪੈਕਟ ਕਰਦਾ, ਮਾਂ ਦੀ ਰਿਸਪੈਕਟ ਕਰਦਾ। ਮੈਂ ਵੀ ਮਾਂ ਤੋਂ ਬਹੁਤ ਦੂਰ ਭੱਜਦਾ ਰਿਹਾ ਹਾਂ। ਮੈਂ ਮਾਂ ਨੂੰ ਪਿਆਰ ਬਹੁਤ ਕਰਦਾ, ਪਰ ਕਦੇ ਮੈਂ ਖੁੱਲ੍ਹ ਕੇ ਨਹੀਂ ਦੱਸ ਸਕਿਆ ਸੀਗਾ। ਮੇਰੀ ਪਹਿਲਾਂ ਸੱਸ ਨੇ ਅਕਲ ਦਿੱਤੀ ਮੈਨੂੰ, ਫਿਰ ਮੇਰੀ ਵਾਈਫ ਨੇ ਅਕਲ ਦਿੱਤੀ। ਦੈਨ ਮੈਂ ਮੰਮੀ ਨੂੰ ਬਹੁਤ ਸਾਲਾਂ ਬਾਅਦ ਕੁੱਟ ਕੇ ਜੱਫੀ ਪਾਈ। ਕਈ ਵਾਰੀ ਮੈਂ ਪਿਆਰ ਬਹੁਤ ਕਰਦਾ ਸੀ, ਪਰ ਮੈਂ ਇਗਨੋਰ ਕਰਦਾ ਰਹਿੰਦਾ ਸੀ ਕਿਤੇ ਨਾ ਕਿਤੇ। ਪਰ ਮੇਰਾ ਹੁਣ 5-6 ਸਾਲ ਤੋਂ ਬਹੁਤ ਮਾਂ ਨਾਲ ਹੁਣ ਤਾਂ ਜ਼ਿਆਦਾ ਹੀ ਪੈ ਗਿਆ। ਸੌਰੀ, ਮੇਰੀ ਵਾਈਫ ਕਰਕੇ ਮੈਂ ਆਪਣੀ ਮਾਂ ਦੀ ਕਦਰ ਕਰਨੀ ਸਿੱਖਿਆ। ਔਰ ਮੈਂ ਉਹਨੂੰ ਜਦੋਂ ਬੱਚੇ, ਸਾਡੇ ਘਰੇ ਬੇਟੀ ਆਈ ਪਹਿਲਾਂ, ਫਿਰ ਬੇਟਾ ਆਇਆ, ਫਿਰ ਉਹਨੂੰ ਕੇਅਰ ਕਰਦੀ ਨੂੰ ਦੇਖਿਆ, ਫਿਰ ਮੈਨੂੰ ਸਮਝਾਉਂਦੀ ਸੀ ਰਾਣੇ ਮਾਂ ਦਾ ਵੀ ਜੀ ਕਰਦਾ ਹੁੰਦਾ ਗੱਲ ਕਰਨ ਨੂੰ, ਤੂੰ ਉਹਨੂੰ ਵੀ ਟਾਈਮ ਦਿਆ ਕਰ। ਸੋ ਮੈਂ ਇਹ ਨਹੀਂ ਸੀ ਕਿ ਮਾਂ ਨਾਲ ਲੜਿਆ ਹੋਇਆ ਸੀ ਜਾਂ ਨਫ਼ਰਤ ਕਰਦਾ ਸੀ, ਇਗਨੋਰੈਂਸ ਸੀ ਕਿਤੇ ਨਾ ਕਿਤੇ। ਸੋ ਜੇ ਦਵਿੰਦਰ ਨਾ ਹੁੰਦੀ ਮੇਰੀ ਲਾਈਫ ਦੇ ਵਿੱਚ, ਮੈਂ ਗਵਾਚ ਗਿਆ ਹੁੰਦਾ ਕਿਤੇ। ਜੀ ਬਿਲਕੁਲ। ਮੈਨੂੰ ਤੁਹਾਡਾ ਜਿਹੜਾ ਕੰਮ ਹੁਣ ਆਉਣ ਵਾਲਾ ਹੈ, ਮੈਨੂੰ ਲੱਗਦਾ ਸਾਰੇ ਇੰਤਜ਼ਾਰ ਕਰ ਰਹੇ ਨੇ ਇਸ ਫਿਲਮ ਦਾ। ਇਹਦਾ ਟ੍ਰੇਲਰ ਬਹੁਤ ਵਧੀਆ ਟ੍ਰੇਲਰ ਹੈ, ਤੇ ਉਹ ਜਿਹੜਾ ਤੁਹਾਡਾ ਮੈਸੇਜ ਹੈ ਉਹ ਮੈਨੂੰ ਲੱਗਦਾ ਸਾਰੀ ਦੁਨੀਆ ਤੱਕ ਪਹੁੰਚ ਰਿਹਾ ਹੈ ਇਸ ਫਿਲਮ ਦੇ ਥਰੂ। ਤੇ ਤੁਹਾਡੀ ਮੰਮਾ ਵਾਸਤੇ ਵੀ ਮੈਨੂੰ ਲੱਗਦਾ ਹੈ ਬਹੁਤ ਉਹਨਾਂ ਦੀ ਜਿਹੜੀ ਬਲੈਸਿੰਗਸ ਨੇ, ਆਸ਼ੀਰਵਾਦ ਹੈ ਉਹਨਾਂ ਦਾ, ਉਹ ਹਮੇਸ਼ਾ ਹੀ, ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਉਹਨੇ ਕਿਹਾ ਸੀ ਜੀ, ਮਾਂ ਦੀ ਅਸੀਸ ਹਮੇਸ਼ਾ ਨਾਲ ਰਹਿੰਦੀ ਹੁੰਦੀ ਹੈ। ਉਹਨਾਂ ਦੀ ਅਸੀਸ ਤੁਹਾਡੇ ਨਾਲ। ਮਾਂ ਸਭ ਤੋਂ ਜ਼ਿਆਦਾ, ਮਾਂ ਹੀ ਤਾਂ ਹੈ ਜਿਹੜੀ ਸਭ ਤੋਂ ਪਹਿਲਾਂ ਮਾਫ ਕਰ ਦਿੰਦੀ ਹੈ ਜੇ ਕੋਈ ਗਲਤੀ ਹੋ ਵੀ ਜਾਵੇ ਤਾਂ। ਸਭ ਤੋਂ ਪਹਿਲਾਂ ਮਾਫ ਕਰਦੀ ਹੈ, ਸਭ ਤੋਂ ਪਹਿਲਾਂ ਗਾਲ ਨਾਲ ਲਾਉਂਦੀ ਹੈ, ਸਭ ਤੋਂ ਵੱਧ ਅਸੀਸਾਂ ਦਿੰਦੀ ਹੈ, ਸਭ ਤੋਂ ਵੱਧ ਭਲਾ ਮਾਂ ਮੰਗਦੀ ਹੈ ਜੀ। ਔਰ ਮਾਂ ਤਾਂ ਤੁਹਾਨੂੰ ਪਹਿਲੀ ਇੱਕੋ ਮਾਂ ਹੀ ਹੁੰਦੀ ਹੈ ਜਿਹੜੀ ਬੁਖਾਰ ਜਿਹੜੇ ਚ ਤੁਹਾਡੇ ਨਾਲ ਜੱਫੀ ਪਾ ਕੇ ਪੈ ਜਾਂਦੀ ਹੈ। ਬਾਕੀ ਕਹਿੰਦੇ ਹੁੰਦੇ ਪਤਾ ਨਹੀਂ ਸਾਨੂੰ ਨਾਲ ਬਿਮਾਰੀ ਨਾ ਲੱਗ ਜੇ, ਜੇ ਖਾਂਸੀ ਵੀ ਹੋਈ ਹੈ ਤਾਂ ਵੀ ਮਾਂ ਤੁਹਾਡੇ ਵੱਲ ਮੂੰਹ ਕਰਕੇ ਪਈ ਹੁੰਦੀ ਹੈ। ਉਹਨੂੰ ਇਹ ਨਹੀਂ ਹੁੰਦਾ ਕਿ ਤੁਹਾਡੇ ਸਾਹ ਤੋਂ ਸਮੈਲ ਆ ਰਹੀ ਹੈ ਜਾਂ ਹੋਰ ਹੈ। ਮੈਨੂੰ ਯਾਦ ਆ ਮੇਰੀ ਮਾਤਾ ਮੇਰੇ ਨਾਲ ਘੁੱਟ ਕੇ, ਮੈਨੂੰ ਬਹੁਤ ਬੁਖਾਰ ਚੜ੍ਹਦਾ ਰਿਹਾ, ਹੁਣ ਨਹੀਂ ਚੜ੍ਹਦਾ। 10ਵੀਂ 11ਵੀਂ ਤੱਕ ਮੈਨੂੰ ਬਹੁਤ ਬੁਖਾਰ ਚੜ੍ਹਦਾ ਰਿਹਾ। ਮੈਨੂੰ 104 ਬੁਖਾਰ ਹੁੰਦਾ ਤਾਂ ਮੰਮੀ ਨੇ ਮੈਨੂੰ ਜੱਫੀ ਪਾ ਕੇ ਪੈ ਰਹਿਣਾ ਕਿ ਤੇਰਾ ਸੇਕ ਮੈਨੂੰ ਚੜ ਜੇ ਸਾਰਾ। ਸੋ ਇਹ ਮਾਂ ਹੁੰਦੀ ਹੈ। ਸੋ ਹੋਰ ਬੰਦਾ, ਪਿਓ ਵੀ ਨਹੀਂ ਇੰਨਾ ਕਰ ਸਕਦਾ। ਅਸੀਂ ਪਿਓ ਵੀ ਬਣੇ ਹੋਏ ਆ, ਪਰ ਮਾਂ ਹੀ ਆ ਜਿਹੜੀ ਉੱਠ ਕੇ ਰਾਤ ਨੂੰ ਦੇਖਦੀ ਆ ਬੱਚੇ ਨੂੰ ਬੁਖਾਰ ਤਾਂ ਨਹੀਂ, ਇਹਦਾ ਬੁਖਾਰ ਚੈੱਕ ਕਰਨਾ। ਮੇਰੇ ਵਰਗਾ ਸਵੇਰੇ ਉੱਠਦਾ, ਰਾਤ ਨੂੰ ਕਹਿੰਦਾ ਦਵਾਈ ਦੇਤੀ ਮੁੰਡੇ ਨੂੰ, ਕੁੜੀ ਨੂੰ ਦਵਾਈ ਦੇਤੀ, 10 ਵਜੇ ਪੈ ਜਾਂਦੇ ਆ, ਸਵੇਰੇ ਉੱਠ ਕੇ ਜਾਂਦੇ ਆ ਠੀਕ ਹੈ। ਉਹ ਪਤਾ ਲੱਗਦਾ ਕਿ ਤੁਹਾਡੀ ਵਾਈਫ ਇਨ ਬਿਟਵੀਨ 5 ਵਾਰ ਉੱਠ ਚੁੱਕੀ ਹੈ ਉਹਨਾਂ ਨੂੰ ਦੇਖਣ। ਕੱਲ ਨਾ ਤੁਹਾਡੇ ਰੈਡ FM ਤੋਂ ਕੁੜੀ ਰਮਨੀ ਹੈ, ਉਹਨੇ ਫੇਸਬੁੱਕ ਤੇ ਸਟੇਟਸ ਪਾਇਆ ਕਿ ਮਾਂ ਮੇਰੀ ਹਸਪੀਟਲ 'ਚ ਪਈ ਆ, ਹਸਪੀਟਲ 'ਚ ਮੰਜੇ ਤੇ ਪਈ ਵੀ ਫੋਨ ਕਰਕੇ ਪੁੱਛਦੀ ਆ ਪੁੱਤ ਤੂੰ ਕੁਝ ਖਾ ਲਿਆ। ਮਤਲਬ ਉਹ ਆਪ ਹਸਪੀਟਲ 'ਚ ਪਈ ਵੀ ਬੱਚਿਆਂ ਵਾਸਤੇ ਸੋਚਦੀ ਆ ਵੀ ਤੂੰ ਕੁਝ ਖਾਦਾ। ਮਾਂ ਹੈ ਹੀ, ਮਾਂ ਦਾ ਦਰਜਾ ਜਿਹੜਾ ਨਾ ਉਹਨੂੰ ਕੋਈ ਐਕਸਪਲੇਨ ਕਰ ਹੀ ਨਹੀਂ ਸਕਦਾ। ਉਹਨੂੰ ਸ਼ਬਦਾਂ ਦੇ ਵਿੱਚ ਕਹਿਣਾ ਹੀ ਬਹੁਤ ਔਖਾ ਹੈ। ਆਪਣੇ ਫਿਲਮ ਦਾ ਗਾਣਾ ਵੀ ਆਇਆ, ਧੁੱਪ ਹਵਾ ਤੇ ਛਾਂ ਦੇ ਵਰਗੀ ਧਰਤੀ ਵੀ ਹੈ ਮਾਂ ਦੇ ਵਰਗੀ, ਮਾਂ ਸਿਰਜਣਾ ਮਾਂ ਹੈ ਸ਼ਕਤੀ, ਮਾਂ ਕ੍ਰਿਸ਼ਵਾ ਮਾਂ ਹੈ ਭਗਤੀ, ਮਾਂ ਹੋਣਾ ਆਸਾਨ ਨਾ ਕੋਈ, ਮਾਂ ਤੋਂ ਵੱਧ ਮਹਾਨ ਨਾ ਕੋਈ, ਮਿੱਟੀ ਮੀਂਹ ਦਾ ਰਿਸ਼ਤਾ ਮਾਂ ਹੈ, ਮਾਂ ਤਾਂ ਸਭ ਤੋਂ ਸੋਹਣਾ ਨਾਂ ਹੈ, ਮਾਂ ਤਾਂ ਸਭ ਤੋਂ ਸੋਹਣਾ ਨਾਂ ਹੈ। ਤੇ ਇਹਨਾਂ ਨੇ ਲਿਖਿਆ। ਮੈਂ ਇਹੀ ਗੱਲ ਕਹਿਣ ਵਾਲੀ ਸੀ ਹੁਣੇ, ਕਿਉਂਕਿ ਤੁਸੀਂ ਕਵਿਤਾਵਾਂ ਵੀ ਲਿਖਦੇ ਹੋ ਤੇ ਮੈਂ ਬਿਲਕੁਲ ਗੈਸ ਕਰ ਲਿਆ ਸੀ ਕਿ ਤੁਹਾਡਾ ਹੀ ਲਿਖਿਆ ਹੋਇਆ ਪੀਸ ਹੈ। ਚਲੋ ਮੈਂ ਤੁਹਾਨੂੰ ਬਾਲੀਵੁੱਡ ਲੈ ਕੇ ਚੱਲਦੀ ਹਾਂ। ਤੁਸੀਂ ਉੱਥੇ ਵੀ ਫਿਲਮਾਂ ਕੀਤੀਆਂ ਬਿਲਕੁਲ, ਤੇ ਤੁਸੀਂ ਹੈਰੀ ਮੈਟ ਸੇਜਲ, ਜਬ ਹੈਰੀ ਮੈਟ ਸੇਜਲ, ਉਹਦੇ ਵਿੱਚ ਤੁਸੀਂ ਸ਼ਾਹਰੁਖ ਨਾਲ ਵੀ ਕੰਮ ਕੀਤਾ, ਅਨੁਸ਼ਕਾ ਨਾਲ। ਉਹ ਸਾਡੇ ਹੀਰੋ ਨੇ ਕੀਤਾ, ਜਿਹੜਾ ਮੁੰਡਾ ਨੇ ਪ੍ਰਦੀਪ ਸਰਾਣੇ, ਉਹਦੇ ਲਈ ਗਾਇਆ ਉਹਨੇ। ਪ੍ਰਦੀਪ ਸਰਾਣੇ ਹੈਰੀ ਮੈਟ ਸੇਜਲ ਦੇ ਵਿੱਚ ਗਾਇਆ, ਤੇ ਰਣਵੀਰ ਕਪੂਰ ਲਈ ਗਾਇਆ ਉਹਨੇ। ਰਣਵੀਰ ਕਪੂਰ ਲਈ ਉਹਨਾਂ ਨੇ ਗਾਇਆ, ਪ੍ਰਦੀਪ ਸਰਾਣੇ ਉਹ ਕਿਊਟੀ ਪਾਈ ਗਾਣਾ ਤੁਸੀਂ ਐਦਲ ਹੈ ਮੁਸ਼ਕਿਲ ਦੇ ਵਿੱਚ। ਸੋ ਮੈਂ ਏਕ ਦਾ ਪਾਵਰ ਆਫ 1 ਕੀਤੀ ਸੀਗੀ, ਬੌਬੀ ਦਿਓਲ ਹੋਰਾਂ ਨਾਲ ਕੀਤੀ ਸੀ,
ਤੇ ਇੱਕ ਹੋਰ ਸੀ ਆਪਣੇ ਸੀ ਮੇਰੇ ਖਿਆਲ ਇੱਕ ਹੋਰ ਸੀ ਫਿਲਮ, ਮੈਂ ਨਾਂ ਭੁੱਲ ਗਿਆ, ਉਹਦੇ ਵਿੱਚ ਮੇਰੀ ਖੜੀ ਗੈਸਟ ਵੀਰ ਸੀ। ਜੀ 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 ਨਹੀਂ, ਮੈਂ ਬਿਲਕੁਲ ਸਹਿਮਤ ਹਾਂ। ਤੁਸੀਂ ਪੰਜਾਬੀ ਜਿਹੜੀ ਇੰਡਸਟਰੀ ਹੈ ਉਹਦੇ ਚ ਇੰਨਾ ਬਿਜ਼ੀ ਹੋ ਕਿ ਤੁਸੀਂ ਕੁਝ ਚੀਜ਼ਾਂ ਅਵੋਇਡ ਵੀ ਕੀਤੀਆਂ। ਮਤਲਬ ਜਿੱਥੇ ਤੁਸੀਂ ਤੁਹਾਨੂੰ ਲੱਗਦਾ ਸੀ ਕਿ ਨਹੀਂ ਇਹ ਚੀਜ਼ਾਂ ਮੈਂ ਆਪਣੀ ਫੈਮਿਲੀ ਦੇ ਨਾਲ ਨਹੀਂ ਦੇਖ ਸਕਦਾ, ਮਤਲਬ ਮੈਂ ਇਹ ਨਹੀਂ ਕਰਨੀ, ਮੈਂ ਜਵਾਬ ਦੇ ਦਿੰਦਾ, ਉਹ ਤੁਸੀਂ ਨਹੀਂ ਕਰਦੇ ਹੁੰਦੇ ਸੀ। ਤੁਸੀਂ ਹੁਣ ਸਾਡੇ ਜਿਹੜੇ ਲਿਸਨਰ ਸਾਡੇ ਸੁਣ ਰਹੇ ਨੇ, ਹੁਣ ਤੁਹਾਡੀ ਜਿਹੜੀ ਫਿਲਮ 22 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜੀ ਜੀ, ਤੇ ਤੁਸੀਂ ਮੈਸੇਜ ਦਿਓ ਉਹਨਾਂ ਵਾਸਤੇ। ਸ਼ੁੱਕਰਵਾਰ ਆ ਗਿਆ ਜੀ, ਔਰ ਸ਼ੁਕਰ ਕਰਦੇ ਕਰਦੇ ਆਇਆ, ਔਰ ਬੜੀ ਮਿਹਨਤ ਕੀਤੀ ਹੈ। 2 ਸਾਲ ਤੋਂ ਲੱਗੇ ਹੋਏ ਇਸ ਫਿਲਮ ਦੇ ਉੱਤੇ, ਲਿਖਣ ਤੋਂ ਲੈ ਕੇ ਹੁਣ ਤੱਕ 2 ਸਾਲ ਹੋ ਗਏ ਨੇ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਸਿਨੇਮਾ ਦੇਖਣ ਨੂੰ ਮਿਲਦਾ ਰਹੇ, ਚੰਗਾ ਮਿਊਜ਼ਿਕ ਸੁਣਨ ਨੂੰ ਮਿਲਦਾ ਰਹੇ, ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਬਿਨਾਂ ਝਿਜਕ ਫਿਲਮ ਦੇਖ ਸਕੋ, ਔਰ ਜੇ ਤੁਸੀਂ ਚਾਹੁੰਦੇ ਹੋ ਕਿਸੇ ਨੂੰ ਫਿਲਮ ਰਿਕਮੈਂਡ ਕਰ ਸਕੋ, ਜੇ ਤੁਸੀਂ ਚਾਹੁੰਦੇ ਤੁਹਾਡਾ ਜੀਜਾ ਵੀ ਲੱਗਿਆ ਰਹੇ, ਕੋਈ ਸਿੱਖਣ ਨੂੰ ਵੀ ਮਿਲੇ, ਮੁਸਕਰਾਹਟ ਜੀ ਵੀ ਆਵੇ, ਕੋਈ ਵੈਸੀ ਕੋਈ ਇਹੋ ਜਿਹੀ ਫੂਹੜਤਾ ਵਾਲੀ ਗੱਲ ਨਾ ਹੋਵੇ, ਪੰਜਾਬ ਦੀ ਗੱਲ ਦੇਖਣ ਨੂੰ ਮਿਲੇ, ਰਿਸ਼ਤਿਆਂ ਦੀ ਗੱਲ ਦੇਖਣ ਨੂੰ ਮਿਲੇ, ਪਰਿਵਾਰ ਜੁੜੇ ਰਹਿਣ, ਤਾਂ ਅਸੀਸ ਵੇਖੋ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਹੋਣਾ, ਪਾਸੇ ਪਾਸੇ ਚੰਗੀਆਂ ਵੇਵਸ ਹੋਣ, ਔਰ ਤੁਹਾਡੇ ਬੱਚੇ, ਤੁਹਾਡੇ ਬਜ਼ੁਰਗ ਔਰ ਤੁਹਾਡੇ ਨੌਜਵਾਨ ਸਹੀ ਜ਼ਿੰਦਗੀ, ਸੋਹਣੀ ਜ਼ਿੰਦਗੀ ਜਿਉਂਦੇ ਰਹਿਣ, ਟੁੱਟੇ ਹੋਏ ਪਰਿਵਾਰ ਜੁੜ ਜਾਣ, ਮੋਹ ਮੁਹੱਬਤ ਬਣੀ ਰਹੇ, ਤਾਂ ਜ਼ਰੂਰ ਅਸੀਸ ਦੇਖੋ, ਤੁਹਾਡੇ ਕੰਮ ਆਏਗੀ। ਸਾਨੂੰ ਤੁਹਾਡੀਆਂ ਅਸੀਸਾਂ ਚਾਹੀਦੀਆਂ ਨੇ। ਅਸੀਂ ਮਿਹਨਤ ਕੀਤੀ ਹੈ, ਮੋਹਰ ਲਾਓ, ਤਾਂ ਕਿ ਸਿਰਫ ਇਹ ਗੱਲ ਮੁੱਕ ਜੇ ਕਿ ਸਿਰਫ ਹੀਰੋ ਨਾਲ ਫਿਲਮ ਚੱਲਦੀ ਹੈ, ਲੋਕ ਇਹ ਸਮਝਣ ਲੱਗ ਜਾਣ ਕਿ ਸਬਜੈਕਟ ਹੀਰੋ ਹੁੰਦਾ। ਥੈਂਕ ਯੂ ਵੈਰੀ ਮਚ ਜੀ। ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ 1.5 ਸਾਲ ਇਸ ਫਿਲਮ ਨੂੰ ਲਿਖਣ ਤੇ ਲੱਗਿਆ, 1.5 ਸਾਲ ਇਸ ਫਿਲਮ ਨੂੰ ਬਣਨ ਤੇ ਲੱਗਿਆ, ਬਹੁਤ ਸਾਰੀਆਂ ਰਾਤਾਂ। ਮੈਂ ਇੱਕ ਪਹਿਲਾਂ ਹੁਣ ਫਿਰ ਉਹੀ ਗੱਲ ਕਹੂੰਗੀ, ਮੈਂ ਇੱਕ ਇੰਟਰਵਿਊ ਹੋਰ ਸੁਣਿਆ ਸੀਗਾ ਜਿਹਦੇ ਤੁਸੀਂ ਕਹਿ ਰਹੇ ਸੀ ਕਿ ਰਾਤਾਂ ਨੂੰ ਉੱਠ ਕੇ ਮੈਂ ਕਈ ਵਾਰੀ ਚੀਜ਼ਾਂ ਸੋਚ ਰਿਹਾ ਹੁੰਦਾ ਸੀ, ਲੋਕੇਸ਼ਨਸ ਦੇਖ ਰਿਹਾ ਹੁੰਦਾ ਸੀਗਾ, ਔਨ ਸੈੱਟ ਵੀ ਹਟਦਾ ਨਹੀਂ ਸੀ ਜੀ। ਜਿੱਥੇ ਇੰਨੀ ਮਿਹਨਤ ਲੱਗੀ ਹੋਵੇ ਤੇ ਜਿਹੜਾ ਸਬਜੈਕਟ ਇੰਨਾ ਪਾਵਰਫੁਲ ਸਬਜੈਕਟ ਹੈ, ਤੁਸੀਂ ਜ਼ਰੂਰ ਇਹ ਮੂਵੀ ਦੇਖਣ ਜਾਓਗੇ, ਮੈਨੂੰ ਪੂਰਾ ਯਕੀਨ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਵਿੱਚ ਆਉਣ ਵਾਸਤੇ। ਲਵਪ੍ਰੀਤ ਜੀ ਸ਼ੁਕਰੀਆ, ਔਰ ਰੈਡ ਐਫਐਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। जी बिल्कुल, और आप सुनते रहिएगा रेड एफएम। Don't touch that dial.